ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਮੈਂ ਕੁਲਦੀਪ ਕੌਰ ਚੱਠਾ ਅੱਜ ਤੁਹਾਨੂੰ ਜਤਿੰਦਰ ਹਾਂਸ ਦੀ ਕਹਾਣੀ ਪਾਵੇ ਨਾਲ ਬੰਨ੍ਹਿਆ ਹੋਇਆ ਕਾਲ ਸੁਣਾਉਣ ਜਾ ਰਹੀ ਹਾਂ। ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ। ਫਿਰ ਪਿਸ਼ਾਬ ਦਾ ਜ਼ੋਰ ਪਿਆ। ਜਦੋਂ ਬੈਠਦੀ ਹਾਂ ਤਾਂ ਤੁਪਕਾ ਵੀ ਨਹੀਂ ਆਉਂਦਾ, ਨਹੀਂ ਤਾਂ ਕਮਰੇ ਅੰਦਰ ਛੱਪੜ ਲੱਗ ਜਾਂਦਾ। ਬਾਹਰ ਨਿਕਲ ਨਹੀਂ ਸਕਦੀ। ਇਸ ਕਮਰੇ 'ਚ ਜਾਨ ਲੁਕੋਈ ਬੈਠੀ ਹਾਂ। ਔਤੜੀ ਮੌਤ ਨਾਲੋਂ ਇਹਦਾ ਡਰ ਮਾੜਾ ਹੁੰਦਾ ਹੈ। ਹੱਥ ਮਾਲਾ ਦੇ ਮਣਕੇ ਵੀ ਨਹੀਂ ਹਿਲਾਉਂਦੇ। ਵਾਹਿਗੁਰੂ ਵੱਲ ਧਿਆਨ ਹੀ ਨਹੀਂ ਲੱਗਦਾ। ਧਿਆਨ ਤਾਂ ਬਿੰਦੇ ਝੱਟੇ ਕੰਸ 'ਤੇ ਪਏ ਕਾਗਜ਼ਾਂ ਵੱਲ ਚਲਿਆ ਜਾਂਦਾ ਹੈ, ਜਿਹੜੇ ਮੈਂ ਕੰਸ 'ਤੇ ਲਿਆ ਸੁੱਟੇ ਨੇ। ਪੱਖੇ ਦੀ ਹਵਾ ਨਾਲ ਸਰੀਰ ਤੋਂ ਪਸੀਨਾ ਤਾਂ ਸੁੱਕਦਾ ਨਹੀਂ, ਕਾਗਜ਼ ਬਥੇਰੇ ਖੜਕੀ ਜਾਂਦੇ ਨੇ। ਔਂਤੜਿਆਂ ਨੇ ਮੇਰਾ ਸਾਹ ਸੁੱਤਿਆ ਪਿਆ। ਕੇਸਰ ਜਮਦੂਤ ਬਣਿਆ ਵਿਹੜੇ 'ਚ ਫਿਰਦਾ। ਸੱਚੇ ਪਾਤਸ਼ਾਹ, ਅੱਜ ਤਾਂ ਤੂੰ ਹੀ ਹਾਜ਼ਰ ਨਾਜ਼ਰ ਹੋ ਕੇ ਬਚਾਈ। ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ। ਗੋਲਡੀ ਦੀ ਬਹੂ ਮੇਰੀ ਪੋਤ ਨੂੰ ਕਈ ਵਾਰ ਮਖੌਲ ਕਰਦੀ ਹੁੰਦੀ ਕਹਿੰਦੀ ਹੁੰਦੀ ਏ, ਖਬਰੇ ਫੈਸ਼ਨਾ ਪਿੱਟੀ ਮਖੌਲ ਨਾਲ ਕਹਿੰਦੀ ਏ ਜਾਂ ਦਿਲੋਂ ਕਹਿੰਦੀ ਏ, ਆਖੇ ਮੋਮ ਕੀ ਕਾਲੇ ਕਾਂ ਖਾ ਕੇ ਜੰਮੀ ਐ, ਤੈਨੂੰ ਰੱਬ ਦੇ ਘਰੋਂ ਬੁਲਾਵਾ ਆਉਂਦਾ ਹੀ ਨਹੀਂ। ਪਤਾ ਨਹੀਂ ਤੇਰਾ ਰਾਵਣ ਵਾਂਗੂ ਕਾਲ ਪਾਵੇ ਨਾਲ ਬੰਨ੍ਹਿਆ ਹੋਇਆ। ਮਨ 'ਚ ਵੱਟ ਜਿਹਾ ਉੱਠਦਾ। ਔਂਤੜੀ ਨੂੰ ਆਖਾਂ, ਮੈਂ ਤੇਰਾ ਕੀ ਖਾਨੀ ਆ ਹਰਾਂਬੜੇ, ਮੇਰੇ ਟੁਕੜਿਆਂ 'ਤੇ ਤਾਂ ਤੁਸੀਂ ਪਲਦੇ ਹੋ। ਪਰ ਮੈਂ ਫੋਕੀ ਜਿਹੀ ਹੱਸ ਕੇ ਕਹਿਣਾ, ਬੁਲਾਵਾ ਆਵੇ ਜੀ ਸਦਕੇ ਆਵੇ, ਮੈਂ ਤਾਂ ਸਮਾਨ ਬੰਨ੍ਹੀ ਬੈਠੀ ਆਂ। ਪਰ ਮਰਨ ਨੂੰ ਚਿੱਤ ਕਿੱਥੇ ਕਰਦਾ। ਸਰੀਰ ਦੇ ਸਾਰੇ ਅੰਗ ਜਵਾਬ ਦੇਈ ਜਾਂਦੇ ਨੇ। ਕੁੱਖੋਂ ਜਾਇਆ ਕੇਸਰ, ਜਿਹਨੂੰ ਬੁਢਾਪੇ ਦੀ ਡੰਗੋਰੀ ਸਮਝਦੀ ਸੀ, ਮੇਰੀ ਜਾਨ ਦਾ ਦੁਸ਼ਮਣ ਬਣਿਆ ਫਿਰਦਾ। ਗੋਲਡੀ ਦੀ ਬਹੂ ਔਂਤੜੀ ਵੀ ਇੰਨੀ ਹਰਾਂਬੜ ਆ, ਮੋਮ ਕਰੀ ਜਾਊ, ਦੰਦ ਕੱਢੀ ਜਾਊ, ਨਾਲੇ ਜ਼ਖਮਾਂ 'ਤੇ ਲੂਣ ਛਿੜਕੀ ਜਾਊ। ਇਸ ਘਰ 'ਚ ਮੇਰੀ ਕੁੱਤੇ ਜਿੰਨੀ ਸਿਆਣਨੀ, ਜਿਉਂ ਜੀ ਦੁਰਪਰੇ ਕਰੀ ਜਾਂਦਾ। ਨਹੀਂ ਤਾਂ ਅੱਜ ਜਾਨ ਲਕੋਈ ਨਾ ਬੈਠੀ ਹੁੰਦੀ। ਕੇਸਰ ਨੂੰ ਕਹਿ ਦਿੰਦੀ, ਪੁੱਤ ਜੇ ਮੈਨੂੰ ਮਾਰ ਕੇ ਤੇਰੀ ਜਾਨ ਸੁਖਾਲੀ ਹੁੰਦੀ ਆ ਤਾਂ ਜੀ ਸਦਕੇ ਮਾਰ ਦੇ। ਮੂੰਹ ਸੁੱਕੀ ਜਾਂਦਾ, ਲੱਗਦਾ ਮੈਂ ਤਿਹਾਈ ਮਰ ਜਾਣਾ। ਕਿਸੇ ਔਂਤੜੇ ਪਾਣੀ ਵੀ ਸਿਰਹਾਣੇ ਨਹੀਂ ਰੱਖਿਆ। ਕੌਣ ਰੱਖਦਾ। ਫੈਸ਼ਨਾ ਪਿੱਟੀ ਤਾਂ ਵਿਆਹ 'ਤੇ ਉਜੜੀ ਹੋਈ ਆ। ਉਹ ਤਾਂ ਔਂਤੜਿਆਂ ਦੀ ਜਦੋਂ ਮੈਂ ਬਿਮਾਰ ਹੁੰਦੀ ਆਂ, ਪਪੀਹੇ ਵਾਂਗ ਪਾਣੀ ਪਾਣੀ ਕੂਕਦੀ ਮਰ ਜਾਂਦੀ ਆ। ਮਜਾਲ ਏ ਪਾਣੀ ਦੀ ਬੂੰਦ ਵੀ ਮੇਰੇ ਮੂੰਹ 'ਚ ਪਾ ਦੇਵੇ। ਅੱਜ ਆਪ ਵਿਆਹ ਉਜੜ ਗਏ, ਮੈਨੂੰ ਨਹੀਂ ਨਾਲ ਲੈ ਕੇ ਗਏ। ਬਈ ਔਂਤੜਿਓ, ਮੈਂ ਕਿਸੇ ਦਾ ਕੁਝ ਚੁੱਕਦੀ ਆਂ। ਸਿਆਣੇ ਦੀ ਰੂਹ ਤਾਂ ਨਿਆਣੇ ਵਰਗੀ ਹੋ ਜਾਂਦੀ ਐ। ਰਿਸ਼ਤੇਦਾਰਾਂ ਦੀਆਂ ਰੂਹਾਂ ਦੇ ਦਰਸ਼ਨ ਕਰ ਆਊਂ। ਊਂ ਅੱਜ ਕੱਲ੍ਹ ਦੇ ਵਿਆਹ ਵੀ ਕਾਹਦੇ ਵਿਆਹ ਨੇ। ਜਦੋਂ ਕੇਸਰ ਦਾ ਬਾਪੂ ਮੈਨੂੰ ਵਿਆਹੁਣ ਗਿਆ ਸੀ, 3 ਦਿਨ ਜੰਨ ਰਹੀ ਸੀ। ਹੁਣ ਤਾਂ ਅਗਲਾ ਘੰਟੇ 2 ਘੰਟੇ ਲਈ ਵਿਆਹ ਜਾਂਦਾ, ਹੱਥ ਲਾ ਕੇ ਮੁੜ ਆਉਂਦਾ। ਪਰ ਫੈਸ਼ਨਾ ਪਿੱਟੀ ਨੇ ਉੱਥੇ ਹੀ ਛਾਉਣੀ ਪਾ ਲਈ। ਨਾਲੇ ਕੁੜੇ ਰੱਖ ਲਏ। ਊਂ ਕੇਸਰ ਨਾਲ ਆਉਂਦੀ ਚੰਗੀ ਵੀ ਨਹੀਂ ਲੱਗਣੀ ਸੀ। ਔਂਤੜੇ ਲੋਕਾਂ ਦੀਆਂ ਜੀਭਾਂ ਕੌਣ ਫੜ ਲਊ। ਇਹ ਦਾਦਣੇ ਤਾਂ ਹੁਣ ਗੱਲਾਂ ਬਣਾਉਣ ਤੋਂ ਨਹੀਂ ਹਟਦੇ। ਆਖੇ ਕੇਸਰ ਨੇ ਗੋਲਡੀ ਨੂੰ ਬਾਹਰਲੇ ਮੁਲਕ ਭੇਜਤਾ ਤੇ ਆਪ। ਵਾਹਿਗੁਰੂ ਸਤਨਾਮ। ਰਹਿਰਾਸ ਦਾ ਵੇਲਾ ਹੋ ਗਿਆ ਸੀ। ਭਈਆ ਡੰਗਰ ਪਸ਼ੂ ਸਾਂਭ ਕੇ ਬਾਹਰ ਨਿਕਲ ਗਿਆ। ਮੈਂ ਸਤਨਾਮ ਵਾਹਿਗੁਰੂ ਦੀ ਮਾਲਾ ਫੇਰ ਰਹੀ ਸੀ। ਗੁਰਦੁਆਰੇ ਬਾਬਾ ਕੀਰਤਨ ਸੋਹਿਲੇ ਦਾ ਪਾਠ ਕਰਨ ਲੱਗਾ। ਕੇਸਰ ਵਿਆਹ ਤੋਂ ਮੁੜ ਆਇਆ। ਸਕੂਟਰ ਅੰਦਰ ਖੜ੍ਹਾ ਆ ਕੇ ਮੇਰੇ ਕੋਲ ਨੂੰ ਤੁਰਿਆ ਆਵੇ, ਡਿੱਕ ਡੋਲੇ ਜਿਹੇ ਖਾਂਦਾ। ਪਤਾ ਨਹੀਂ ਕਿਉਂ ਮੇਰੇ ਹੌਲ ਜਿਹੇ ਪੈਣ ਲੱਗੇ। ਮੇਰੇ ਸਾਹਮਣੇ ਮੰਜੇ 'ਤੇ ਬੈਠਾ ਝੂਮੀ ਜਾਵੇ, ਮੂੰਹੋਂ ਕੁਝ ਨਾ ਫੁੱਟੇ। ਉਹਦੀ ਚੁੱਪ ਤੋਂ ਹੋਰ ਵੀ ਡਰ ਆਵੇ। ਮੈਂ ਪੁੱਛਿਆ, ਪੁੱਤ ਵਿਆਹ ਚੰਗਾ ਹੋ ਗਿਆ। ਜਾ ਪੈ ਜਾ, ਆਰਾਮ ਕਰ। ਆਰਾਮ ਭੈਣ ਦਾ ਠੁੱਕੜ ਕਿੱਥੇ ਆ ਕਰਮਾਂ 'ਚ, ਨਾ ਤਾਂ ਸਾਰੀ ਉਮਰ ਆਰਾਮ ਲੈਣ ਦੇਣਾ। ਉਹ ਅੰਦਰ ਨੂੰ ਤੁਰ ਗਿਆ। ਕਾਗਜ਼ ਜਿਹੇ ਕੱਢ ਲਿਆਇਆ। ਇਹਨਾਂ 'ਤੇ ਅੰਗੂਠਾ ਲਾ ਤੇ ਸਵੇਰੇ ਮੇਰੇ ਨਾਲ ਚੱਲੀ। ਕਿਉਂ ਪੁੱਤ। ਮਾਈ ਦੱਸਦਾ ਸਿਰ। ਪਾਣੀ ਸਿਰ ਤੋਂ ਲੰਘਿਆ ਪਿਆ ਪੁੱਛਦੀ ਹੈ ਕਿਉਂ। ਮੈਂ ਸਮਝ ਗਈ ਇਹ ਕਿੱਥੋਂ ਬੋਲਦਾ। ਜ਼ਮੀਨ ਤੇਰੀ ਆ ਪੁੱਤ, ਮੇਰਾ ਬੁੜੀ ਦਾ ਕੀ ਹੈ। ਅੱਜ ਮਰੀ ਕੱਲ੍ਹ ਦੂਜਾ ਦਿਨ। ਪਿੱਛੋਂ ਆਪਦੀ ਸਾਂਭਿਓ, ਮੌਜਾਂ ਕਰਿਓ, ਬੁੱਲੇ ਵੱਢਿਓ। ਮੈਂ ਜਿਉਂਦੇ ਜੀ ਨਹੀਂ ਵੇਚਦੀ। ਫਿਰ ਔਂਤੜੇ ਨੂੰ ਪਤਾ ਨਹੀਂ ਕੀ ਕਮਲ ਚੜ੍ਹਿਆ। ਮੇਰੇ ਗਲ 'ਤੇ ਅੰਗੂਠਾ ਰੱਖ ਕੇ ਕਹਿੰਦਾ,
ਨਾ ਐਂ ਕਰੀ ਮਰ ਕੇ ਵੀ ਨਾਲ ਲੈ ਜੀ। ਏਕਣ ਨੀ ਤੈਂ ਮਰਨਾ, ਮੈਂ ਤੈਨੂੰ ਮਾਰ ਦਿੰਨਾ। ਕਿੰਨੇ ਦਿਨ ਹੋ ਗਏ ਲੱਲੇ ਭੱਬੇ ਕਰਦੀ ਨੂੰ। ਲਾ ਦੇ ਇਹਨਾਂ ਕਾਗਜ਼ਾਂ ਤੇ ਅੰਗੂਠਾ ਲਾ ਦੇ। ਪੁੱਤ ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਆ, ਭਲਾ ਮਾਂ ਨੂੰ ਕੌਣ ਵੇਚਦਾ। ਜੇ ਜ਼ਮੀਨ ਭੈਣ ਦੀ ਠੁੱਕੜ ਮਾਂ ਹੁੰਦੀ ਆ ਤਾਂ ਗੋਲਡੀ ਵੀ ਮੇਰਾ ਪੁੱਤ ਆ, ਤੇਰਾ ਵੀ ਕੁਛ ਲੱਗਦਾ। ਜੇ ਤੂੰ ਮੇਰੀ ਸਕੀ ਮਾਂ ਹੁੰਦੀ ਤਾਂ ਵੀ ਏਕਣ ਕਰਦੀ। ਗੋਲਡੀ ਤਾਂ ਤੇਰਾ ਸਕਿਆਂ ਨਾਲੋਂ ਜ਼ਿਆਦਾ ਕਰਦਾ। ਉਹ ਬਾਹਰਲੇ ਮੁਲਕ 'ਚ ਰੁਲਦਾ, ਤੂੰ ਲੋਹੇ ਦਾ ਥਣ ਬਣੀ ਬੈਠੀ ਏਂ। ਏਜੰਟ ਭੈਣ ਦਾ ਕੁੱਕੜ ਕਹਿੰਦਾ ਹੋਰ ਪੈਸੇ ਦਿਓ ਤਾਂ ਕਨੇਡਾ ਜਾਊ। ਲਾ ਦੇ ਭਲੇ ਮਾਨਸੇ ਨਾਲ ਇਹਨਾਂ ਕਾਗਜ਼ਾਂ ਦੇ ਅੰਗੂਠਾ, ਨਹੀਂ ਤਾਂ ਮੇਰੇ ਕੋਲ ਇੱਕੋ ਇਲਾਜ ਆ। ਉਹਨੇ ਗੱਲ ਉੱਤੇ ਅੰਗੂਠਾ ਹੋਰ ਦੱਬ ਦਿੱਤਾ। ਮੇਰਾ ਸਾਹ ਤਾਂ ਜੇ ਤੂੰ ਮੇਰੀ ਸਕੀ ਮਾਂ ਹੁੰਦੀ ਤਾਂ ਵੀ ਏਕਣੇ ਕਰਦੀ। ਸੁਣ ਕੇ ਹੀ ਰੁਕ ਗਿਆ ਸੀ। ਮੈਂ ਮਾਲਾ ਸੁੱਟ ਕੇ ਉਹਦੇ ਹੱਥ ਫੜ ਲਏ। ਐਨਕ ਹੇਠਾਂ ਡਿੱਗ ਪਈ, ਅੱਖਾਂ ਬਾਹਰ ਆ ਗਈਆਂ। ਰੌਲਾ ਪਾਉਣ ਨੂੰ ਆਵਾਜ਼ਾਂ ਤਾਂ ਕੀ ਨਿਕਲਣੀ ਸੀ, ਸਾਹ ਵੀ ਨਾ ਆਵੇ। ਔਂਤੜਾ ਜੇ ਥੋੜ੍ਹਾ ਜਿਹਾ ਹੋਰ ਦੱਬ ਦਿੰਦਾ, ਜਿਹੜੇ 2.5 ਸਾਹ ਰਹਿੰਦੇ ਉਹ ਵੀ ਮੁੱਕ ਜਾਣੇ ਸੀ। ਬਾਹਰੋਂ ਕਿਸੇ ਨੇ ਕੇਸਰਾ ਕਹਿ ਕੇ ਆਵਾਜ਼ ਮਾਰੀ। ਉਹਨੇ ਮੈਨੂੰ ਮੰਜੇ ਉੱਤੇ ਸੁੱਟ ਦਿੱਤਾ, ਸ਼ਾਇਦ ਮਰੀ ਸਮਝ ਕੇ। ਕਾਗਜ਼ ਮੇਰੇ ਉੱਤੇ ਸੁੱਟ ਕੇ ਕਾਹਲਾ ਬਾਹਰ ਨੂੰ ਤੁਰ ਪਿਆ ਕਿ ਕਿਧਰੇ ਹਾਕ ਮਾਰਨ ਵਾਲਾ ਅੰਦਰ ਆ ਕੇ ਉਸਦੀਆਂ ਕਰਤੂਤਾਂ ਨਾ ਦੇਖ ਲਵੇ। ਮੈਂ ਆਪਣੇ ਆਪ ਨੂੰ ਸੰਭਾਲਿਆ, ਅੰਦਰ ਵੜ ਕੇ ਕਾਗਜ਼ ਕੰਸ 'ਤੇ ਸੁੱਟ ਦਿੱਤੇ, ਤਾਕੀਆਂ ਦਰਵਾਜ਼ਾ ਬੰਦ ਕਰਕੇ ਵਿੱਚ ਕਿੱਲ ਫਸਾ ਲਿਆ। ਮੰਜੇ ਉੱਤੇ ਆ ਡਿੱਗੀ। ਉਦੋਂ ਤੋਂ ਹੀ ਮੇਰੀ ਇਹ ਹਾਲਤ ਹੋਈ ਪਈ ਆ। ਕੇਸਰ ਬਾਹਰੋਂ ਆ ਕੇ ਦਰਵਾਜ਼ਾ ਭੰਨੇ, ਗਾਲਾਂ ਕੱਢੇ। ਇਹ ਕਹਿ ਕੇ ਚਲਾ ਗਿਆ, ਦੇਖਦਾ ਕਦੋਂ ਤੱਕ ਅੰਦਰ ਲੁਕੀ ਰਹੇਂਗੀ। ਜਦੋਂ ਬਾਹਰ ਨਿਕਲੀ ਉਦੋਂ ਸਹੀ। ਸ਼ਾਇਦ ਉਹ ਬਾਹਰ ਮੰਜੇ 'ਤੇ ਪੈ ਗਿਆ, ਸ਼ਾਇਦ ਫਰਿੱਜ ਵਿੱਚ ਪਈ ਸ਼ਰਾਬ ਦੀ ਅੱਧੀ ਬੋਤਲ ਵਿੱਚੋਂ ਸ਼ਰਾਬ ਪੀਣ ਚਲਾ ਗਿਆ। ਹੇ ਕਾਲੀ ਕੰਬਲੀ ਵਾਲਿਆ, ਉਹ ਫਰਿੱਜ 'ਚ ਪਈ ਸ਼ਰਾਬ ਪੀ ਲਵੇ, ਮੈਂ ਤੇਰੀ ਸੁੱਖ ਦਊਂਗੀ। ਅੱਜ ਤਾਂ ਮੇਰੇ ਚਿੱਤ ਚੇਤੇ ਵੀ ਨਹੀਂ ਸੀ ਬਈ ਕੇਸਰ ਐਕਣ ਕਰੂਗਾ। ਥੱਪੜ ਮੁੱਕੇ ਤਾਂ ਅੱਗੇ ਵੀ ਮਾਰ ਲੈਂਦਾ ਸੀ। ਇਸੇ ਕਰਕੇ ਇਹਨੂੰ ਵੱਸ ਕਰਨ ਲਈ ਕਾਲੀ ਕੰਬਲੀ ਵਾਲਿਆਂ ਬਾਬਿਆਂ ਤੋਂ ਰਾਖ ਲਿਆ ਰੱਖੀ ਸੀ। ਮਹੀਨਾ ਹੋ ਗਿਆ ਸੀ ਸਿਰਹਾਣੇ ਪਈ ਨੂੰ। ਸਮਝ ਨਹੀਂ ਸੀ ਆਉਂਦੀ ਉਹਨੂੰ ਕਿਵੇਂ ਖਿਲਾਵਾਂ। ਇਹਦੀ ਬੁੱਧੀ ਠੀਕ ਹੋ ਜੇ, ਮੇਰੇ ਨਾਲ ਕਲੇਸ਼ ਨਾ ਕਰਿਆ ਕਰੇ। ਅੱਜ ਮੌਕਾ ਮਿਲਿਆ ਸੀ ਜਦੋਂ ਸਾਰਾ ਟੱਬਰ ਵਿਆਹ ਚਲਿਆ ਗਿਆ। ਮੈਂ ਲੈ ਕੇ ਕਾਲੀ ਕੰਬਲ ਵਾਲਿਆਂ ਦਾ ਨਾਂ ਸਿਰਹਾਣਿਓਂ ਪੁੜੀ ਚੁੱਕ ਫਰਿੱਜ 'ਚ ਪਈ ਸ਼ਰਾਬ ਦੀ ਅੱਧੀ ਬਚਦੀ ਬੋਤਲ ਵਿੱਚ ਚੁਟਕੀ ਪਾ ਦਿੱਤੀ। ਮਨ 'ਚ ਬਾਬਿਆਂ ਨੂੰ ਧਿਆਇਆ ਬਈ ਆਉਂਦਾ ਹੀ ਪੀ ਲਵੇ। ਜੇ ਆਉਂਦਾ ਹੀ ਪੀ ਲੈਂਦਾ ਤਾਂ ਕਾਗਜ਼ਾਂ 'ਤੇ ਅੰਗੂਠਾ ਲਗਵਾਉਣ ਨੂੰ ਮੇਰੇ ਗਲ ਅੰਗੂਠਾ ਨਾ ਦਿੰਦਾ। ਬਾਬੇ ਨੇ ਮਨ ਸਮੱਤਿਆ ਪਾ ਦੇਣੀ ਸੀ। ਬੜੇ ਰੱਬ ਨੂੰ ਪਹੁੰਚੇ ਹੋਏ ਬਾਬੇ ਨੇ। ਇਹਦੇ ਪੱਥਰ ਦਿਲ ਦੇ ਮਨ 'ਚ ਮੋਹ ਮੁਹੱਬਤ ਊਂ ਹੀ ਮੁੱਕ ਗਈ। ਮੈਂ ਜ਼ਮੀਨ ਕੋਈ ਹਿੱਕ 'ਤੇ ਧਰ ਕੇ ਲਿਜਾਣੀ ਐ। ਇਹ ਜ਼ਮੀਨ ਨੂੰ ਛੱਲੀ ਵਾਂਗ ਭੋਰ ਕੇ ਖਾਣ ਲੱਗਿਆ। ਮੇਰਾ ਮਨ ਦੁਖੀ ਹੁੰਦਾ, ਤੜਫਦਾ। ਇਹਨੂੰ ਕੀ ਪਤਾ ਮੈਂ ਜ਼ਮੀਨ ਕਿਵੇਂ ਖੂਨ ਪਸੀਨਾ ਵਹਾ ਕੇ ਬਚਾਈ ਐ। ਇਹਦਾ ਨਿਰਮੋਹੇ ਦਾ ਕੋਈ ਭਰੋਸਾ ਨਹੀਂ। ਪਤਾ ਨਹੀਂ ਕਦੋਂ ਕਿਹਦੀ ਜਾਨ ਦਾ ਦੁਸ਼ਮਣ ਬਣ ਜਾਵੇ। ਖੂਨ ਇਹਦੇ ਮੂੰਹ ਲੱਗਿਆ ਹੋਇਆ। ਆਪਣੀ ਤੀਵੀਂ ਗੁਰਮੀਤ ਵੀ ਇਹਨੇ ਐਕੜੇ ਮਾਰੀ ਐ। ਅੱਧੀ ਰਾਤ ਆਇਆ, ਸ਼ਰਾਬ ਨਾਲ ਰੱਜਿਆ। ਉਹ ਭੁੱਖੀ ਪਾਣੀ ਬੈਠੀ, ਜਿਵੇਂ ਇਸੇ ਹੋਣੀ ਨੂੰ ਉਡੀਕਦੀ ਹੋਵੇ, ਕਦੋਂ ਆਵੇ ਇਹਨੂੰ ਰੋਟੀ ਖਵਾ ਕੇ ਤੇ ਵਿਹਲੀ ਹੋਵੇ। ਉਹ ਜਦੋਂ ਦੀ ਇਸ ਘਰ 'ਚ ਆਈ ਸੀ, ਉਹਨੇ ਇਹ ਨੇਮ ਨਹੀਂ ਸੀ ਤੋੜਿਆ। ਇਹਨੇ ਪਹਿਲਾਂ ਤਾਂ ਰੋਟੀਆਂ ਤੱਤੀਆਂ ਨੇ, ਠੰਡੀਆਂ ਨੇ ਕਹਿ ਕੇ 20 ਗੇੜੇ ਮਰਵਾਏ। ਫਿਰ ਲੂਣ ਦੀ ਛੰਨੀ ਕਰੀ ਪਈ ਆ ਕਹਿ ਕੇ ਸੋਟੀ ਚੁੱਕ ਲਈ। ਵਿਚਾਰੀ ਸੱਤਿਆਵਾਨ ਨੇ ਥਾਂ ਕੁ ਥਾਂ ਲੱਗੀ। ਉਹ ਰਾਤ ਵੀ ਅੱਜ ਦੀ ਰਾਤ ਜਿੰਨੀ ਡਰਾਉਣੀ ਸੀ। ਮੈਂ ਇਸ ਔਂਤੜੇ ਦਾ ਪਾਪ ਲੁਕਾਉਂਦੀ ਉੱਚੀ ਵੀ ਨਹੀਂ ਰੋਈ ਸਾਂ। ਉਸ ਦੀ ਲਾਸ਼ ਕੋਲ ਬੈਠੀ ਹੰਝੂ ਕੇਰੀ ਜਾਵਾਂ, ਮਾਲਾ ਫੇਰੀ ਜਾਵਾਂ। ਲੱਗਦਾ ਮੇਰੇ ਨਾਲ ਵੀ ਇਹ ਗੁਰਮੀਤ ਵਾਂਗੂੰ ਐਂ ਹੀ ਕਰੂ। ਔਂਤੜਾ ਅੱਜ ਮੈਨੂੰ ਕਹਿੰਦਾ, ਤੂੰ ਮੇਰੀ ਸਕੀ ਮਾਂ ਹੁੰਦੀ ਤਾਂ ਐਕਣ ਕਰਦੀ। ਮੈਂ ਇਹਨੂੰ ਕਿਵੇਂ ਕਲੇਜਾ ਚੀਰ ਕੇ ਦਿਖਾਵਾਂ। ਮੈਂ ਹੀ 9 ਮਹੀਨੇ ਨਾਲੋਂ ਵੱਧ ਤੈਨੂੰ ਆਪਣਾ ਖੂਨ ਪਿਲਾਇਆ, ਜਿਹਦਾ ਹੁਣ ਤੂੰ ਤਿਹਾਇਆ ਫਿਰਦਾ। ਹੁਣ ਸ਼ਰਾਬੀ ਹੋਇਆ ਵਿਹੜੇ 'ਚ ਪਿਆ, ਖ਼ਬਰੇ ਸੁੱਤਾ ਏ ਕਿ ਜਾਗਦਾ।
ਜਦੋਂ ਬਾਹਰ ਮਾੜਾ ਜਿਹਾ ਖੜਾਕ ਹੁੰਦਾ ਮੇਰਾ ਖੂਨ ਸੁੱਕਣ ਲੱਗਦਾ। ਔਂਤੜੇ ਨੇ ਮੇਰੀ ਜਾਨ ਸੂਲੀ ਟੰਗੀ ਪਈ ਆ। ਮੂੰਹ ਪਾਣੀ ਕੰਨੀਓ ਸੁੱਕਿਆ ਪਿਆ, ਲੱਗਦਾ ਅੰਦਰੇ ਮਰ ਜਾਣਾ। ਮੂੰਹ ਪਿਆਸ ਨਾਲ ਘੱਟ, ਡਰ ਨਾਲ ਜ਼ਿਆਦਾ ਸੁੱਕਦਾ। ਪਹਿਲੇ ਜ਼ਮਾਨਿਆਂ 'ਚ ਹੱਡ 'ਚ ਪ੍ਰਾਣ ਹੁੰਦੇ ਸੀ, ਹੁਣ ਤਾਂ ਅੰਨ 'ਚ ਪ੍ਰਾਣ ਨੇ। ਕਰਵਾ ਚੌਥ ਦਾ ਵਰਤ ਰੱਖ ਲਈਦਾ। ਵਰਤ ਵੀ ਕਰਮਾਂ ਵਾਲੀਆਂ ਰੱਖਦੀਆਂ ਨੇ। ਮੈਂ ਤਾਂ ਆਪਣੀ ਜ਼ਿੰਦਗੀ 'ਚ ਇੱਕ ਵਰਤ ਹੀ ਰੱਖਿਆ। ਪਿਛਲੇ ਜਨਮ ਪਤਾ ਨਹੀਂ ਕੀ ਭੁੰਨ ਕੇ ਬੀਜਿਆ ਰੱਬ ਨੇ ਮੇਰੇ ਨਾਲ ਆਡਾ ਹੀ ਲਾਇਆ ਹੋਇਆ। 2 ਦਿਨ ਸੁੱਖ ਦੇ ਨਹੀਂ ਲੰਘਦੇ, ਤੀਜੇ ਦਿਨ ਕੋਈ ਨਾ ਕੋਈ ਸਿਆਪਾ ਪੈ ਹੀ ਜਾਂਦਾ। ਪਹਿਲਾ ਔਂਤੜਾ ਕੇਸਰ ਦਾ ਬਾਪੂ ਧੋਖਾ ਦੇ ਗਿਆ। ਬੜਾ ਦਰਵੇਸ਼ ਬੰਦਾ ਸੀ, ਹੈਗਾ ਉਹ ਵੀ ਕਿਸਮਤ ਮਾਰਿਆ ਹੀ ਸੀ। ਉਹਦੇ ਮਾਂ-ਬਾਪ ਸਕੇ ਸੰਬੰਧੀ ਪਲੇਗ ਨੇ ਖਾ ਲਏ ਸੀ। ਮੇਰੇ ਨਾਲ ਵਿਆਹ ਹੋਇਆ, ਪਹਿਲੀ ਰਾਤ ਹੀ ਕਹਿਣ ਲੱਗਿਆ, ਬੜੇ ਚਿਰ ਬਾਅਦ ਇਸ ਘਰ 'ਚ ਵਧਾਰਾ ਹੋਇਆ। ਇਕੱਲਾ ਇੱਕ ਹੁੰਦਾ 2-11, ਆਪਾਂ ਚਾਹੇ 2 ਸਰੀਰਾਂ ਪਰ ਜਾਨ ਇੱਕ ਆਂ। ਮੈਨੂੰ ਧੋਖਾ ਨਾ ਦੇਈ। ਪਰ ਆਪ ਸਾਲ ਬਾਅਦ ਹੀ ਧੋਖਾ ਦੇ ਗਿਆ। ਮੈਂ ਤਾਂ ਏਕਣ ਹੋ ਗਈ ਜਿਵੇਂ ਜਾਨ ਨਿਕਲ ਜਾਣ ਬਾਅਦ ਸਰੀਰ ਹੁੰਦਾ, ਬਸ ਦੰਦਲਾਂ ਪਈ ਜਾਣ। ਪਿੰਡ ਦੀਆਂ ਬੁੜੀਆਂ ਨੇ ਤੇ ਮਾਂ ਨੇ ਮੈਨੂੰ ਸੰਭਾਲਿਆ। ਜਦੋਂ ਦੰਦਲ ਖੁੱਲ੍ਹੇ ਬਸ ਇੱਕ ਹੀ ਗੱਲ ਆਖੀ ਜਾਵਾਂ, ਹਾਏ ਉਹਦੀ ਲਾਸ਼ ਨੂੰ ਚੁੰਬੜ ਜਾਵਾਂ। ਬਸ ਇੱਕੋ ਗੱਲ ਕਹੀ ਜਾਵਾਂ, ਹਾਏ ਕੋਈ ਮੇਰਾ ਦਿਲ ਫੇਲ ਕਰ ਦੋ, ਉਸ ਦੀ ਚਿਤਾ ਬਾਲੀ। ਮੈਂ ਛਾਲ ਮਾਰਨ ਨੂੰ ਤਿਆਰ। ਕਈ ਜਣਿਆਂ ਨੇ ਮੈਨੂੰ ਫੜ ਕੇ ਰੱਖਿਆ। ਮੈਂ ਮਾਂ ਨੂੰ ਕਿਹਾ, ਇੱਥੇ ਹੁਣ ਕੌਣ ਆ? ਮੈਂ ਤੇਰੇ ਦੁਆਰੇ ਬੈਠੀ ਰੁੱਖੀ ਮਿੱਸੀ ਖਾਂਦੀ ਰਹੂੰ। ਉਹਨਾਂ ਤਾਂ ਇੱਕ ਵਾਰ ਹੀ ਘਰੋਂ ਤੋਰ ਕੇ ਮਸੀਂ ਸਿਰੋਂ ਭਾਰ ਲਾਇਆ ਸੀ। ਬਾਪੂ ਜਿਹੜਾ ਕਹਿੰਦਾ ਹੁੰਦਾ ਸੀ, ਸਹੁਰਿਆਂ ਤੋਂ ਆਉਂਦੀ ਧੀ ਧਿਆਣੀ ਦਾ ਮੂੰਹ ਨਾ ਦੇਖੋ, ਸਹੁਰਿਆਂ ਨੂੰ ਜਾਂਦੀ ਦੀ ਪਿੱਠ ਦੇਖੋ, ਉਹ ਮੈਨੂੰ ਕਿਵੇਂ ਘਰ ਬਿਠਾ ਲੈਂਦਾ। ਮਾਂ ਮੇਰੇ ਦੁਆਰੇ ਆ ਬੈਠੀ, ਪਤਾ ਨਹੀਂ ਉੱਥੇ ਦੀ ਭੁੱਖ ਤੋਂ ਡਰਦੀ ਜਾਂ ਮੇਰਾ ਰੰਡੇਪਾ ਕਟਵਾਉਣ। ਜ਼ਮੀਨ ਜਾਇਦਾਦ ਸਾਂਭਣ ਨੂੰ ਆ ਗਿਆ ਮੁਸਲਾ, ਮੇਰੀ ਮਾਸੀ ਦਾ ਪੁੱਤ। ਮਾਸੀ ਦੇ 4 ਪੁੱਤ ਸੀ, ਵਿਚਕਾਰਲੇ ਦੋਵੇਂ ਵਿਆਹੇ ਹੋਏ। ਮੋਹਣਾ ਸਭ ਤੋਂ ਛੋਟਾ ਸੀ। ਔਂਤੜਾ 2 ਬੰਦਿਆਂ ਜਿੰਨਾ ਕੰਮ ਕਰਦਾ। 2 ਹਲਾਂ ਦੀ ਖੇਤੀ ਇਕੱਲਾ ਹੀ ਕਰੀ ਜਾਂਦਾ। ਘਰ ਫਸਲ ਨਾਲ ਭਰ ਜਾਂਦਾ, ਪਰ ਭਰਿਆ ਘਰ ਖਾਲੀ ਖਾਲੀ ਲੱਗਦਾ। ਤਾਰ ਤਾਂ ਹਰ ਵੇਲੇ ਤੁਰ ਜਾਣ ਵਾਲੇ ਨਾਲ ਜੁੜੀ ਰਹਿੰਦੀ, ਸਿਰ ਫਟਦਾ ਰਹਿੰਦਾ। ਮਾਂ ਧੀ ਚਰਖੇ ਕੱਤੀ ਜਾਂਦੀਆਂ, ਬੋਈਏ 'ਚ ਪੂਣੀਆਂ ਮੁੱਕਦੀਆਂ, ਮਾਂ ਅੰਦਰੋਂ ਫਿਰ ਪੂਣੀਆਂ ਦਾ ਬੋਈਆ ਭਰ ਲਿਆਉਂਦੀ। ਮੈਨੂੰ ਸਮਝ ਨਾ ਲੱਗਦੀ, ਇਹ ਸਭ ਕਾਹਦੇ ਲਈ ਕਰ ਰਹੇ ਹਾਂ। ਮਾਂ ਆਖਦੀ, ਬੰਦੇ ਨੂੰ ਕੰਮੀ ਰੁੱਝਿਆ ਰਹਿਣਾ ਚਾਹੀਦਾ, ਨਹੀਂ ਤਾਂ ਦਿਮਾਗ ਰੂਹਾਂ ਵਾਂਗੂ ਭਟਕ ਜਾਂਦਾ। ਮੋਹਣਾ ਖੇਤੋਂ ਘਰ ਆਉਂਦਾ, ਘਰ ਵਿੱਚ ਰੌਣਕ ਜਿਹੀ ਹੋ ਜਾਂਦੀ। ਔਂਤੜਾ ਮਖੌਲੀਆ ਬਹੁਤ ਸੀ। ਉਦੋਂ ਸਾਡੇ ਘਰ ਚਾਹ ਨਹੀਂ ਸੀ ਬਣਦੀ, ਉਹ ਹੀ ਆ ਕੇ ਚਾਹ ਬਣਾਉਣ ਲੱਗਿਆ ਸੀ। ਮੈਨੂੰ ਚਾਹ ਦਾ ਗਲਾਸ ਦਿੰਦਾ ਕਹਿੰਦਾ, ਲੈ ਸੰਜੀਵਨੀ ਬੂਟੀ, ਸਿਰ ਦਰਦ ਗਾਇਬ ਹੋ ਜੂ ਜਿਵੇਂ ਖੋਤੇ ਦੇ ਸਿਰ ਤੋਂ ਸਿੰਗ। ਸੱਚਮੁੱਚ ਚਾਹ ਪੀ ਕੇ ਮੇਰਾ ਸਿਰ ਦੁਖਣੋਂ ਹਟ ਜਾਂਦਾ। ਇੱਕ ਦੁਪਹਿਰ ਮਾਂ ਪਿੰਡ ਵਿੱਚ ਕਿਸੇ ਦੇ ਘਰ ਗਈ ਹੋਈ ਸੀ। ਮੈਂ ਕੇਸਰ ਦੇ ਬਾਪੂ ਨੂੰ ਰੋ ਰੋ ਕੇ ਨਿਢਾਲ ਹੋ ਕੇ ਮੰਜੇ 'ਤੇ ਜਾ ਪਈ। ਮੈਨੂੰ ਲੱਗਿਆ ਕੋਈ ਪੋਲੇ ਪੈਰੀਂ ਅੰਦਰ ਆਇਆ ਹੋਵੇ। ਮੋਹਣਾ ਸੀ, ਉਹਨੂੰ ਤਾਂ ਮੈਂ ਮੁਸ਼ਕ ਤੋਂ ਹੀ ਪਛਾਣ ਲੈਂਦੀ ਸੀ। ਅੱਖ ਪੁੱਟ ਕੇ ਦੇਖਿਆ, ਉਹ ਨੀਝ ਲਾ ਕੇ ਮੈਨੂੰ ਦੇਖੀ ਜਾ ਰਿਹਾ ਸੀ। ਇਸ ਤਰ੍ਹਾਂ ਦੇਖਦੇ ਦੀ ਚੋਰੀ ਮੈਂ ਪਹਿਲਾਂ ਵੀ ਕਈ ਵਾਰ ਫੜੀ ਸੀ। ਥਾਂ ਸੰਭਰ ਦੇ ਗੁਲਾਮੇ ਵਿੱਚ ਝਾਕਦਾ ਮੈਨੂੰ ਬਹੁਤ ਬੁਰਾ ਲੱਗਿਆ। ਮੈਂ ਸਿਰ 'ਤੇ ਬੰਨ੍ਹੀ ਚੁੰਨੀ ਖੋਲ੍ਹ ਕੇ ਗਲ ਵਿੱਚ ਪਾ ਲਈ ਸੀ। ਬਾਅਦ ਵਿੱਚ ਉਹਦਾ ਇਸ ਤਰ੍ਹਾਂ ਝਾਕਣਾ ਮੈਨੂੰ ਚੰਗਾ ਵੀ ਲੱਗਿਆ ਸੀ। ਜਦੋਂ ਮੈਂ ਅੱਖਾਂ ਖੋਲ੍ਹ ਕੇ ਉਸ ਵੱਲ ਦੇਖਿਆ ਤਾਂ ਉਹ ਕੀਲੇ 'ਤੇ ਟੰਗੇ ਕੱਪੜਿਆਂ ਨੂੰ ਹੱਥ ਜਿਹੇ ਮਾਰ ਕੇ ਕੁਝ ਲੱਭਣ ਦਾ ਬਹਾਨਾ ਜਿਹਾ ਕਰਨ ਲੱਗਾ। ਕੀ ਲੱਭਦਾ? ਮੈਂ ਮੰਜੇ 'ਤੇ ਬੈਠ ਕੇ ਪੁੱਛਿਆ। ਕੁਝ ਨਹੀਂ, ਮੇਰਾ ਕੁੜਤਾ। ਫਿਰ ਉਹ ਮੇਰਾ ਮੂੰਹ ਇੱਕ ਟੱਕ ਦੇਖਣ ਲੱਗਿਆ, ਪਾਗਲਾਂ ਵਾਂਗ। ਉਹਦੀਆਂ ਨਜ਼ਰਾਂ ਸੂਲਾਂ ਵਾਂਗ ਚੁੱਭਣ ਲੱਗੀਆਂ। ਕੀ ਪਾਗਲਾਂ ਵਾਂਗ ਦੇਖੀ ਜਾਨਾ? ਇੱਕ ਗੱਲ ਕਹਾਂ, ਜੇ ਗੁੱਸਾ ਨਹੀਂ ਕਰੇਂਗੀ? ਬਕੋ, ਮੈਂ ਹੱਸਣ ਲੱਗੀ, ਜਿਵੇਂ ਹੁਣੇ ਕੋਈ ਚੁਟਕਲਾ ਸੁਣਾਇਆ ਹੋਵੇ। ਤੂੰ ਵਿਆਹ ਕਰਵਾ ਲੈ, ਉਹ ਗੰਭੀਰ ਹੋ ਕੇ ਬੋਲਿਆ। ਮੇਰੇ ਅਭਾਗਣ ਨਾਲ ਕੌਣ ਵਿਆਹ ਕਰਵਾਊ? ਆਪਣੇ ਪਿੰਡ ਵਾਲੇ ਮੁਸਲਮਾਨ ਮਾਮੇ ਮਾਸੀਆਂ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਲੈਂਦੇ ਨੇ। ਮੇਰਾ ਤੈਨੂੰ ਦੇਖ ਕੇ ਮੁਸਲਮਾਨ ਹੋਣ ਨੂੰ ਜੀਅ ਕਰਦਾ। ਮੈਂ ਡੌਰ ਭੌਰ ਉਸ ਵੱਲ ਦੇਖੀ ਜਾਵਾਂ। ਮੈਂ ਗੁੱਸਾ ਨਹੀਂ ਸੀ ਕੀਤਾ। ਉਹ ਬਾਹਰ ਨਿਕਲ ਗਿਆ। ਉਸ ਰਾਤ ਮੈਨੂੰ ਨੀਂਦ ਨਾ ਆਈ। ਮੰਜੇ 'ਤੇ
ਮੰਜੇ ਦੇ ਗੁਦੇਲੇ ਵਿੱਚੋਂ ਪਤਾ ਨਹੀਂ ਕੀ ਚੁਭੀ ਜਾਵੇ। ਸਵੇਰੇ ਪਤਾ ਨਹੀਂ ਮੇਰੇ ਮਨ 'ਚ ਕੀ ਉੱਠਿਆ, ਮੈਂ ਸੰਦੂਕ 'ਚ ਪਈਆਂ ਚੂੜੀਆਂ ਪਾ ਲਈਆਂ। ਉਸ ਵਿੱਚੋਂ ਸੱਕ ਕੱਢ ਕੇ ਦੰਦਾਸਾ ਮਲ ਲਿਆ। ਮਾਂ ਕਿੰਨਾ ਹੀ ਚਿਰ ਮੇਰਾ ਮੂੰਹ ਦੇਖਦੀ ਰਹੀ। ਸ਼ਾਇਦ ਉਹਨੂੰ ਮੇਰੇ ਉੱਤੇ ਤਰਸ ਆ ਰਿਹਾ ਸੀ ਜਾਂ ਗੁੱਸਾ। ਉਹਨੂੰ ਇਸ ਤਰ੍ਹਾਂ ਦੇਖਦੀ ਦੇਖ ਮੈਨੂੰ ਸੰਗ ਜਿਹੀ ਆਈ। ਉਹ ਬੁੱਲ੍ਹ ਟੇਰਦੀ ਬੋਲੀ, ਕੁੜੇ ਚੂੜੀਆਂ ਕਿਉਂ ਪਾਈਆਂ, ਦੰਦਾਸਾ ਕਿਉਂ ਮਲਿਆ? ਊਈਂ ਮੈਂ ਸੰਦੂਕ ਖੋਲ੍ਹਿਆ, ਵਿੱਚ ਪਿਆ ਸੀ। ਮੈਂ ਕਿਹਾ ਚੱਲ ਤੈਨੂੰ ਇਹ ਚੋਚਲੇ ਸੋਭਦੇ ਨੀ ਪੁੱਤ, ਉਹਨੇ ਹੌਕਾ ਜਿਹਾ ਭਰਿਆ। ਮਾਂ ਮਰ ਵੀ ਨਹੀਂ ਹੁੰਦਾ। ਮੈਂ ਹੌਕਾ ਜਿਹਾ ਲਿਆ। ਉਹ ਹੌਕਾ ਜਿਹਾ ਭਰ ਕੇ ਸਾਗ ਤੋੜਨ ਖੇਤ ਵੱਲ ਚਲੇ ਗਏ। ਮੂਸਲਾ ਖੇਤੋਂ ਆ ਗਿਆ। ਹਨੂੰਮਾਨ ਜੀ ਸੰਜੀਵਨੀ ਬੂਟੀ ਤਿਆਰ ਕਰ ਲਓ, ਮੇਰਾ ਸਿਰ ਪਾੜਦਾ। ਮੈਂ ਮੰਜੇ 'ਤੇ ਪਈ ਨੇ ਕਿਹਾ, ਲਿਆ ਮੈਂ ਸਿਰ ਘੁੱਟ ਦਿੰਦਾ। ਉਹ ਮੇਰਾ ਮੱਥਾ ਦਬਾਉਣ ਲੱਗਿਆ। ਸਾਰੇ ਸਰੀਰ ਨੂੰ ਕਾਂਬਾ ਜਿਹਾ ਛਿੜ ਗਿਆ। ਪਹਿਲਾਂ 20 ਵਾਰ ਉਸਨੇ ਛੂਹਿਆ ਸੀ, ਪਰ ਇਸ ਤਰ੍ਹਾਂ ਕਾਂਬਾ ਕਦੇ ਨਹੀਂ ਸੀ ਛਿੜਿਆ। ਬਸ ਕਰ, ਮੈਂ ਕਿਹਾ, ਪਰ ਦਿਲ ਚਾਹੁੰਦਾ ਸੀ ਉਹ ਇਸੇ ਤਰ੍ਹਾਂ ਮੱਥਾ ਘੁੱਟਦਾ ਰਹੇ। ਹੁਣ ਜਦੋਂ ਉਹ ਖੇਤ ਚਲਿਆ ਗਿਆ, ਮੈਂ ਉਹਨੂੰ ਉਡੀਕਦੀ ਰਹਿੰਦੀ। ਮਾਂ ਧੋਣ ਲਈ ਕੱਪੜੇ ਇਕੱਠੇ ਕਰ ਰਹੀ ਸੀ। ਕੀਲੇ ਤੋਂ ਕੱਪੜੇ ਲਾਹੁਣ ਲੱਗੀ ਨੇ ਦੇਖਿਆ ਮੇਰੀ ਕੁੜਤੀ ਉੱਤੇ ਮੋਹਣੇ ਦਾ ਕੁੜਤਾ ਸੀ। ਆਥਣੇ ਜਦੋਂ ਮੋਹਣਾ ਆਇਆ ਤਾਂ ਉਹ ਕਹਿਣ ਲੱਗੀ, ਤੂੰ ਪੁੱਤ ਡੰਗਰਾਂ ਵੱਲ ਪੈ ਜਾਇਆ ਕਰ, ਰਾਤ ਨੂੰ 100 ਡੰਗਰ ਵੱਛਾ ਖੁੱਲ੍ਹ ਜਾਂਦਾ। ਉਹ ਤਾਂ ਗੱਲੀਂ ਬਾਤੀਂ ਮੈਨੂੰ ਵੀ ਸਮਝਾਉਂਦੀ ਰਹਿੰਦੀ, ਜਵਾਨ ਭੈਣ ਭਾਈ ਨੂੰ ਇੱਕੋ ਛੱਤ ਹੇਠਾਂ ਨਹੀਂ ਸੌਣਾ ਚਾਹੀਦਾ, ਲਟੈਣ ਟੁੱਟ ਕੇ ਉੱਤੇ ਡਿੱਗ ਜਾਂਦੀ ਹੈ। ਮੈਂ ਹੱਸਦੀ ਆਖਦੀ, ਲੈ ਆਪਣੇ ਤਾਂ ਡਾਟਾਂ ਲੱਗੀਆਂ ਹੋਈਆਂ ਨੇ। ਪਰ ਗੱਲ ਮਾਂ ਉੱਤੇ ਡਾਟ ਡਿੱਗਣ ਵਾਲੀ ਹੀ ਹੋ ਗਈ ਸੀ। ਮੇਰੇ ਉੱਤੇ ਤਾਂ ਡਿੱਗ ਹੀ ਪਈ ਸੀ। ਮੋਹਣੇ ਦੀਆਂ ਮਿੰਨਤਾਂ ਕੀਤੀਆਂ, ਮੈਨੂੰ ਲੈ ਕੇ ਕਿਧਰੇ ਭੱਜ ਚੱਲ। ਉਹ ਹੂੰ ਹਾਂ ਕਰਦਾ ਰਿਹਾ। ਫਿਰ ਰਾਤ ਨੂੰ ਹੀ ਕਿਧਰੇ ਭੱਜ ਗਿਆ। ਉਹਦੇ ਭੱਜੇ ਤੇ ਮੇਰਾ ਦਿਲ ਕਰੇ ਉਸੇ ਤਰ੍ਹਾਂ ਚੂੜੀਆਂ ਵਾਲੀਆਂ ਬਾਹਾਂ ਕੰਧ 'ਚ ਮਾਰ ਕੇ ਭੰਨਾਂ, ਜਿਵੇਂ ਕੇਸਰ ਦੇ ਬਾਪੂ ਮਰੇ ਤੇ ਭੰਨੀਆਂ ਸੀ। ਰੋਵਾਂ ਪਿੱਟਾਂ, ਸਿਰ 'ਚ ਸਵਾਹ ਪਾਵਾਂ। ਸਵਾਹ ਤਾਂ ਮੈਂ ਆਪਣੇ ਸਿਰ 'ਚ ਪਾ ਹੀ ਲਈ ਸੀ, ਜਾਂ ਫਿਰ ਮੋਹਣਾ ਪਾ ਗਿਆ ਸੀ। ਸਾਰੀ ਰਾਤ ਰੋਂਦੀ ਰਹੀ। ਉਦੋਂ ਵੀ ਮਰਨ ਨੂੰ ਜੀ ਕਰਿਆ ਸੀ, ਪਰ ਮਰ ਕਿੱਥੇ ਹੁੰਦਾ। ਸਵੇਰੇ ਮਾਂ ਨੇ ਚਰਖੇ ਡਾਹ ਲਏ, ਪੂਣੀਆਂ ਨਾਲ ਭਰਿਆ ਬੋਈਆ ਲੈ ਆਈ। ਮੈਂ ਐਵੇਂ ਚਰਖਾ ਘੁਮਾ ਰਹੀ ਸੀ। ਤੰਦ ਤਾਂ ਟੁੱਟਿਆ ਹੋਇਆ ਸੀ। ਮੂਸਲਾ ਪਤਾ ਨਹੀਂ ਕਿੱਥੇ ਭੱਜ ਗਿਆ। ਜਦੋਂ ਮਾਂ ਨੇ ਪੁੱਛਿਆ, ਕਿਉਂ ਕੁੜੇ, ਚਿੱਤ ਤਾਂ ਠੀਕ ਹੈ? ਮੇਰੀਆਂ ਭੁੱਬਾਂ ਨਿਕਲ ਗਈਆਂ। ਹੁਣ ਕੁਝ ਲੁਕਿਆ ਕਿਵੇਂ ਰਹਿ ਸਕਦਾ ਸੀ। ਮੈਂ ਸਭ ਕੁਝ ਬਕ ਦਿੱਤਾ। ਮੈਂ ਚਰਖਾ ਪੁੱਠਾ ਘੁਮਾ ਬੈਠੀ ਸਾਂ। ਇਸ ਤਰ੍ਹਾਂ ਬੈਠ ਗਈ ਜਿਵੇਂ ਉਹਦੇ ਸਾਨ ਮਾਰੇ ਗਏ ਹੋਣ। ਫਿਰ ਉਹਨੇ ਕਲਮੂਹੀ, ਕਲਜੋਗਣ, ਪਾਪਣ, ਕਮੀਨੀ, ਕੁੱਤੀ, ਹੋਰ ਪਤਾ ਨਹੀਂ ਕੀ ਕਿਹਾ। ਉਸੇ ਵੇਲੇ ਓੜ-ਪੋੜ ਕਰਨ ਲੱਗੀ। ਸ਼ਹਿਰੋਂ ਵੈਦ ਤੋਂ ਨਿੱਕ ਸ਼ੁੱਕ ਲਿਆ ਕੇ ਕਾੜ੍ਹਾ ਜਿਹਾ ਬਣਾ ਕੇ ਦਿੱਤਾ। ਮੈਂ ਅੱਖ ਬਚਾ ਕੇ ਡੋਲ ਦਿੱਤਾ। ਦਾਖਾਂ, ਛੁਹਾਰੇ, ਖੋਪਾ, ਹੋਰ ਨਿੱਕ ਸ਼ੁੱਕ ਖਾਣ ਨੂੰ ਦਿੱਤਾ। ਮੈਂ ਖਾਣ ਤੋਂ ਨਾਂਹ ਕਰ ਦਿੱਤੀ। ਉਹ ਮੇਰੇ ਨਾਲ ਲੜਨ ਲੱਗੀ, ਕੁੱਤੀਏ, ਤੇਰੇ ਢਿੱਡ 'ਚ ਕੀੜਾ ਏ, ਕਮਜਾਤੇ। ਇਹ ਮੇਰੀ ਆਂਦਰ ਦਾ ਟੁਕੜਾ, ਮੈਂ ਇਹਨੂੰ ਮਾਰਨਾ ਨਹੀਂ। ਮੈਨੂੰ ਮਾਰ ਚਾਹੇ ਛੱਡ। ਜਦੋਂ ਮੈਂ 100 ਦੀ ਇੱਕ ਸੁਣਾ ਦਿੱਤੀ, ਉਹ ਲੜਦੀ ਲੜਦੀ ਤਰਲਿਆਂ 'ਤੇ ਆ ਗਈ। ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗੀ, ਮੇਰੀ ਲਾਜ ਰੱਖ ਲੈ ਧੀਏ, ਮੇਰੀ ਲਾਜ ਰੱਖ ਲੈ। ਪੁੱਤ ਬੰਦੇ ਦਾ ਕੋਈ ਦੀਨ ਧਰਮ ਹੀ ਹੁੰਦਾ। ਜੇ ਭੈਣ ਭਾਈ ਸੰਬੰਧ ਬਣਾ ਕੇ ਜਵਾਕ ਜਣਨ ਲੱਗ ਜਾਣ ਤਾਂ ਦੁਨੀਆ ਗਰਕ ਜੂ। ਪਰ ਮੈਂ ਤਾਂ ਪੱਥਰ 'ਤੇ ਲੀਕ ਹੀ ਖਿੱਚ ਦਿੱਤੀ। ਮੇਰੇ ਵਿੱਚ ਇੰਨੀ ਸ਼ਕਤੀ ਪਤਾ ਨਹੀਂ ਕਿੱਥੋਂ ਆ ਗਈ ਸੀ। ਮੈਂ ਹੋਰਨਾਂ ਤੀਵੀਆਂ ਵਾਂਗ ਘੁੱਟ-ਘੁੱਟ ਕੇ ਨਹੀਂ ਮਰਨਾ ਚਾਹੁੰਦੀ ਸੀ। ਮੇਰਾ ਮਨ ਚਾਹੁੰਦਾ ਸੀ ਚਾਹੇ ਮੈਥੋਂ ਕੋਈ ਸਾਰੀ ਜ਼ਮੀਨ ਜਾਇਦਾਦ, ਸਾਰੇ ਸੁੱਖ ਲੈ ਲਵੇ, ਪਰ ਮੈਨੂੰ ਕੋਈ ਮਾਂ ਕਹਿ ਕੇ ਹਾਕਾਂ ਮਾਰਨ ਵਾਲਾ ਹੋਵੇ। ਬੱਚੇ ਦੀਆਂ ਕਿਲਕਾਰੀਆਂ ਸੁਣਨ ਨੂੰ ਮੇਰੇ ਕੰਨ ਤਰਸੇ ਪਏ ਸੀ। ਸਾਰੀ ਰਾਤ ਮੈਂ ਅਤੇ ਮਾਂ ਜਿਵੇਂ ਸੂਲਾਂ ਵਾਲੇ ਮੰਜਿਆਂ 'ਤੇ ਪਈਆਂ ਹੋਈਆਂ। ਸਵੇਰੇ ਉਹਨੇ ਢਿੱਡ 'ਤੇ ਪੂਣੀਆਂ ਵਾਲਾ ਬੋਈਆ ਬੰਨ੍ਹਿਆ ਹੋਇਆ ਸੀ। ਉਹ ਹਰ ਇੱਕ ਨੂੰ ਦੱਸਣ ਲੱਗਦੀ, ਮੈਂ ਤਾਂ ਤਾਰੋ ਲਈ ਅੱਕ ਚੱਬਿਆ, ਇਸ ਲਈ ਰੱਬ ਕੋਲੋਂ ਮੰਗਿਆ, ਰੱਬ ਕੋਈ ਚੱਜ ਦਾ ਜੀਅ ਦੇ ਦਵੇ। ਮੈਂ ਤਾਂ ਇਸੇ ਦੀ ਝੋਲੀ ਪਾ ਦੇਣਾ। ਇਹਦਾ ਦੁੱਖ ਮੈਥੋਂ ਦੇਖ ਨਹੀਂ ਹੁੰਦਾ। ਵਿਚਾਰੀ ਦੀਆਂ ਜੜ੍ਹਾਂ ਲੱਗ ਜਾਣਗੀਆਂ।
ਮੈਂ ਮਾਈ ਨਿਕਲੀ ਹੋਈ ਦਾ ਬਹਾਨਾ ਕਰਕੇ ਕੱਪੜਾ ਲਪੇਟ ਕੇ ਅੰਦਰੇ ਪਈ ਰਹਿੰਦੀ। ਇਹਦੀ ਖਾਤਰ 8 ਮਹੀਨੇ ਜੇਲ੍ਹ ਵਰਗੀ ਸਜ਼ਾ ਕੱਟੀ ਸੀ। ਉਹ ਰਾਤ ਵੀ ਅੱਜ ਦੀ ਰਾਤ ਵਾਂਗੂ ਡਰਾਉਣੀ ਸੀ ਜਦੋਂ ਮੇਰੇ ਪੀੜਾਂ ਉੱਠੀਆਂ ਸਨ। ਪਰ ਮੈਂ ਹਿੰਮਤ ਨਹੀਂ ਸੀ ਹਾਰੀ। ਮਾਂ ਸ਼ਹਿਰ ਜਾਣ ਲਈ ਹਨੇਰਾ ਉਡੀਕਣ ਲੱਗੀ। ਜੈ ਖਾਣੀਆਂ ਬੱਸਾਂ ਉਦੋਂ ਕਿੱਥੇ ਸਨ। ਮੂੰਹ ਹਨੇਰੇ ਅਸੀਂ ਮਾਂ ਧੀ ਸ਼ਹਿਰ ਨੂੰ ਤੁਰ ਪਈਆਂ। ਜਿੱਥੇ ਹੁਣ ਜੀਰੀਆਂ ਲੱਗਦੀਆਂ ਉੱਥੇ ਉੱਚੇ ਉੱਚੇ ਟਿੱਬੇ ਹੁੰਦੇ ਸੀ। ਟਿੱਬਿਆਂ ਵਾਲੇ ਰਸਤੇ 'ਚ ਔਂਤੜੇ ਦੀ ਡੰਡੀ ਗਵਾਚ ਗਈ। ਦਰਦਾਂ ਨੇ ਬੇਹਾਲ ਕੀਤਾ ਪਿਆ। ਪੈਰ ਅਗਾਂਹ ਨੂੰ ਪੁੱਟਾਂ ਰੱਖਿਆ ਉੱਥੇ ਹੀ ਜਾਵੇ। ਮਾਂ ਸਹਾਰਾ ਦੇ ਕੇ ਤੋਰੇ। ਹਿੰਮਤ ਕਰਕੇ ਤੁਰ ਪਾ ਕੁੜੀਏ, ਨਹੀਂ ਮਰੇਂਗੀ ਇਸ ਰੋਹੀ ਬਿਆਬਾਨ 'ਚ। ਸਗੋਂ ਚੰਗਾ, ਪਰ ਇਸ ਨੂੰ ਬਚਾ ਲਈ, ਮੈਂ ਕਿਹਾ। ਇਹਨੂੰ ਤਾਂ ਮੈਂ ਅੱਕ ਦੀ ਗੁੜ੍ਹਤੀ ਦਊਂਗੀ, ਉਹ ਖਿਝ ਕੇ ਖਪੀ ਬੋਲੀ। ਦਰਦ ਨੇ ਮੇਰੀ ਜਾਨ 'ਤੇ ਬਣਾਈ ਪਈ ਸੀ। ਮੈਂ ਰੇਤ ਦੀਆਂ ਮੁੱਠੀਆਂ ਭਰਦੀ। ਸੁੱਕਾ ਰੇਤ ਮੁੱਠੀਆਂ 'ਚੋਂ ਕਿਰ ਜਾਂਦਾ। ਮੇਰੀ ਚੀਕਾਂ ਬੰਦ ਹੋਈਆਂ। ਇਹਦੀ ਟਿਆਂ ਸ਼ੁਰੂ ਹੋ ਗਈ। ਲਹੂ ਸਾਫ਼ ਕਰਨ ਲਈ ਸਾਡੇ ਕੋਲ ਪੋਤੜਾ ਵੀ ਨਹੀਂ ਸੀ। ਪਤਾ ਨਹੀਂ ਕਿੰਨਾ ਕੁ ਖੂਨ ਰੇਤ ਉੱਤੇ ਡੁੱਲਿਆ। ਮਾਂ ਨੇ ਆਪਦੇ ਢਿੱਡ 'ਚੋਂ ਬੋਹੀਆ ਖੋਲ੍ਹ ਕੇ ਉਹਦੇ ਵਿੱਚ ਮਾਸ ਦਾ ਲੋਥੜਾ ਜਿਹਾ ਰੱਖ ਦਿੱਤਾ। ਮੇਰੇ ਅੰਦਰੋਂ ਜਿਵੇਂ ਰੁੱਗ ਭਰਿਆ ਗਿਆ ਹੋਵੇ। ਇਹਨੂੰ ਚੁੱਕ ਕੇ ਛਾਤੀ ਨਾਲ ਲਾ ਲਿਆ। ਮਾਂ ਸਿਰ ਫੜ ਕੇ ਕਿੰਨਾ ਹੀ ਚਿਰ ਪਤਾ ਨਹੀਂ ਕੀ ਸੋਚਦੀ ਰਹੀ। ਫਿਰ ਉਹਨੇ ਮੈਨੂੰ ਸਹਾਰਾ ਦੇ ਕੇ ਖੜ੍ਹਾ ਕੀਤਾ। ਸਵੇਰ ਤੋਂ ਪਹਿਲਾਂ ਅਸੀਂ ਘਰ ਆ ਗਈਆਂ। ਵਾਹਿਗੁਰੂ, ਸਤਿਨਾਮ ਵਾਹਿਗੁਰੂ। ਬਾਹਰ ਬਿੱਲੀ ਰੋਈ ਜਾਂਦੀ ਹੈ। ਔਂਤੜੇ ਦੀ ਨੇ ਜਾਨ ਕੱਢਣੀ ਲਈ ਹੈ। ਜਮਾਂ ਜਵਾਕਾਂ ਵਾਂਗ ਰੋਂਦੀ ਹੈ। ਇਹਦੇ ਬਲੂੰਗੜੇ ਪਤਾ ਨਹੀਂ ਕਿੱਥੇ ਚਲੇ ਗਏ ਨੇ। ਇਹ ਬਲੂੰਗੜਿਆਂ ਨੂੰ ਲੈ ਕੇ 7 ਕੋਠੇ ਟੱਪਦੀ ਏ। ਨੀ ਨਾ ਰੋ ਔਂਤੜੇ ਦੀਏ, ਮੈਂ ਵੀ ਰੋਨੀ ਆਂ। ਕਪੁੱਤਾਂ 'ਤੇ ਕਾਹਦਾ ਮਾਣ, ਉਸੇ ਤੋਂ ਜਾਨ ਲਕੋਈ ਬੈਠੀ ਆਂ। ਇਹਨੂੰ ਬਲੂੰਗੜੇ ਜਿਹੇ ਨੂੰ ਮੈਂ ਹੀ ਜਾਣਦੀ ਹਾਂ। ਕਿਹੜੇ ਲਹੂਰੀ ਪਾਲਿਆ। ਮੋਹਣਾ ਉਜੜੇ ਤੋਂ ਇੱਕ ਸਾਂਝੀ ਰੱਖ ਕੇ 2 ਹਲਾਂ ਦੀ ਖੇਤੀ ਕੀਤੀ ਆ। ਸਿਰ 'ਤੇ ਮੰਡਾਸਾ ਮਾਰ ਕੇ ਹਲ ਦਾ ਮੁੰਨਾ ਫੜਿਆ। ਕਹੀ ਫੜ ਕੇ ਨੱਕੇ ਛੱਡੇ ਨੇ। ਡੰਗਰ ਪਸ਼ੂਆਂ ਨਾਲ ਪਸ਼ੂ ਹੋਈ ਆਂ, ਮਿੱਟੀ ਨਾਲ ਮਿੱਟੀ ਹੋਈ ਆਂ। ਇਹ ਸਭ ਇਸੇ ਲਈ ਕੀਤਾ ਤਾਂ ਕਿਤੇ ਜ਼ਮੀਨ ਬਚੀ ਆ। ਕੇਸਰ ਹੁਣ ਉਸੇ ਜ਼ਮੀਨ ਨੂੰ ਛੱਲੀ ਵਾਂਗ ਭੋਰ ਭੋਰ ਖਾਣ ਲੱਗਿਆ ਪਿਆ। ਮੈਂ ਤੀਵੀਂ ਹੋ ਕੇ ਜ਼ਮੀਨ ਬਚਾਈ ਏ, ਆਦਮੀ ਹੋ ਕੇ ਨਹੀਂ ਬਚਾ ਸਕਦਾ। ਕੇਸਰ ਨੂੰ ਕੋਈ ਪੁੱਛੇ, ਮੈਂ ਵੀ ਖੇਤੀ ਕੀਤੀ ਆ। ਗੱਡੇ 'ਤੇ ਦਾਣੇ ਮੰਡੀ ਲਿਆਂਦੇ ਹੁੰਦੇ ਸੀ, ਉਦੋਂ ਵੀ ਪੂਰੀ ਪਈ ਜਾਂਦੀ ਸੀ। ਹੁਣ ਟਰਾਲੀਆਂ ਭਰ ਭਰ ਜਾਂਦਾ। ਬੁਰੇ ਹਾਲ ਬਾਂਕੇ ਦਿਹਾੜੇ। ਜੇ ਕੋਈ ਪੁੱਛੇ ਖੇਤੀ ਦੇ ਪੈਸੇ ਕਿੱਥੇ ਨੇ ਤਾਂ ਕਹੂਗਾ, ਭੈਣ ਦੇ ਠੁੱਕੜ ਖੱਡਾਂ 'ਚ ਵੜ ਗਏ। ਖੱਡਾਂ ਵੀ ਇਹਨੇ ਆਪ ਹੀ ਕੀਤੀਆਂ ਹੋਈਆਂ ਨੇ। ਖੱਡਾਂ ਕਾਹਦੀਆਂ ਨੇ, ਸਿਰ ਨਾਲ ਟੋਏ ਪੁੱਟੇ ਹੋਏ ਨੇ। ਮੈਂ ਇਹਨੂੰ ਬਥੇਰਾ ਸਮਝਾਉਣਾ, ਪੁੱਤ ਜੱਟ ਨੂੰ ਤਾਂ ਲੋਹਾ, ਚੂੜੇ ਨੂੰ ਗੋਹਾ ਮਾਰ ਲੈਂਦਾ। ਦਾਦਣੇ ਨੇ ਮੇਰੀ ਇੱਕ ਨਾ ਸੁਣੀ। ਕਦੀ ਮੇਰੇ ਅੰਗੂਠੇ ਲਵਾ ਕੇ ਟਰੈਕਟਰ ਦਾ ਲੋਨ ਕਰਵਾ ਲਿਆ, ਕਦੇ ਟਰਾਲੀ ਦਾ ਲੋਨ, ਕਦੇ ਖੇਤ ਪੱਧਰ ਕਰਵਾਉਣ ਦਾ ਲੋਨ, ਕਦੇ ਖੇਤ ਮੋਟਰ ਲਵਾਉਣ ਦਾ ਲੋਨ। ਪਿੰਡ ਵਾਲੀ ਸੁਸਾਇਟੀ ਦੇ ਤੇ ਹੋਰ ਆਲੇ ਦੁਆਲੇ ਜਿੰਨੀਆਂ ਬੈਂਕਾਂ ਨੇ, ਸਭ ਦੇ ਪੈਸੇ ਦੇਣੇ ਨੇ। ਜੱਟ ਉਡੀਕਦੇ ਨੇ ਕਦੋਂ ਫਸਲ ਪੱਕੇ। ਇਹ ਸੁੱਖਾਂ ਸੁੱਖ ਦਾ ਫਸਲ ਨਾ ਪੱਕੇ। ਜਦੋਂ ਫਸਲ ਪੱਕ ਜਾਂਦੀ ਹੈ ਤਾਂ ਸਾਰੀਆਂ ਖੱਡਾਂ 'ਚੋਂ ਕੀੜੇ ਨਿਕਲ ਆਉਂਦੇ ਨੇ। ਇਹਦੇ ਸਰੀਰ ਨੂੰ ਚੁੰਬੜ ਜਾਂਦੇ ਨੇ। ਕਹੂਗਾ, ਮੈਂ ਤਾਂ ਤੰਗ ਆਇਆ ਪਿਆ ਇਹ ਦਈ ਤੋਂ। ਭੈਣ ਦਾ ਠੁੱਕੜ, ਸਾਹ ਰੁਕਦਾ ਮੇਰਾ। ਪਹਿਲਾਂ ਮੈਂ ਕਹਿਣਾ, ਪੁੱਤਰ ਟਰੈਕਟਰ ਨਾ ਲੈ। ਕਿਉਂ, ਕਾਹਤੋਂ ਨਾ ਲਵਾਂ। ਹੁਣ ਬਲਦਾਂ ਨਾਲ ਖੇਤੀ ਦਾ ਜ਼ਮਾਨਾ ਨਹੀਂ ਰਿਹਾ। ਲੋਕ ਰੱਬ ਤੋਂ ਉਤਰੇ ਹੋਏ ਨੇ ਜਿਹੜੇ ਟਰੈਕਟਰਾਂ 'ਤੇ ਚੜ੍ਹੇ ਫਿਰਦੇ ਨੇ। ਹੁਣ ਜਦੋਂ ਮੈਂ ਇਹਦੀ ਭਲਾਈ ਖਾਤਰ ਅੰਗੂਠੇ ਲਾਉਣੋਂ ਨਾਂਹ ਕਰਤੀ ਤਾਂ ਮੇਰੀ ਜਾਨ ਦਾ ਦੁਸ਼ਮਣ ਬਣਿਆ ਫਿਰਦਾ। ਮੈਂ ਇਹਨੂੰ ਬਥੇਰਾ ਪਿੱਟਦੀ ਰਹੀ, ਗੋਲਡੀ ਨੂੰ ਬਾਹਰਲੇ ਮੁਲਕ ਨਾ ਭੇਜ, ਇੱਧਰ ਕਿਹੜਾ ਕੰਮਾਂ ਦਾ ਘਾਟਾ। ਬਹੂ ਦੇ 2 ਕੁੜੀਆਂ ਹੀ ਨੇ, ਰੱਬ ਕੋਈ ਚੰਗਾ ਜੀਅ ਭੇਜ ਦੂ, ਫਿਰ ਜੀ ਸਦਕੇ ਬਾਹਰਲੇ ਮੁਲਕਾਂ ਦੀਆਂ ਸੈਰਾਂ ਕਰ ਆਵੋ। ਗੋਲਡੀ ਪੜ੍ਹਿਆ ਲਿਖਿਆ ਬਥੇਰਾ ਸੀ। ਔਂਤੜੀਆਂ MA BA ਕਰੀ ਫਿਰਦਾ ਸੀ। 16 ਵਰ੍ਹੇ ਪੜ੍ਹ ਕੇ ਮਿਲੇ ਕਾਗਜ਼ ਜਿਹੇ ਉਹਨੇ ਗੁੱਸੇ ਵਿੱਚ ਮੇਰੇ ਸਾਹਮਣੇ ਚੁੱਲ੍ਹੇ 'ਚ ਡਾਹੇ ਸੀ। ਕਹਿੰਦਾ, ਮੈਂ ਤਾਂ ਹਾਰ ਗਿਆ, ਨੌਕਰੀ ਤਾਂ ਮਿਲਦੀ ਨਹੀਂ। ਆਪਣਾ ਦੇਸ਼ ਤਾਂ ਹੁਣ ਝੱਲਦਾ ਨਹੀਂ, ਫਿਰ ਬਾਹਰਲੇ ਮੁਲਕ ਨੂੰ ਚਲਿਆ ਗਿਆ। ਕਹਿੰਦੇ ਨੇ ਅਜੇ ਰਾਹ 'ਚ ਹੀ ਸੀ। ਏਜੰਟ ਲੱਖਾਂ ਰੁਪਈਆ ਹੋਰ ਮੰਗਦਾ, ਜਿਵੇਂ ਲੱਖ ਰੁਪਈਏ ਝਾੜਾਂ ਨੂੰ ਲੱਗਦੇ ਹੁੰਦੇ ਨੇ। ਹੁਣ ਤਾਂ ਲਾਗੀ ਤੱਥੀ ਵੀ ਲੱਖਾਂ ਰੁਪਈਆਂ ਤੋਂ ਹੇਠਾਂ ਗੱਲ ਨਹੀਂ ਕਰਦੇ। ਸਾਡੇ ਵੇਲਿਆਂ ਵਿੱਚ ਲੱਖ ਰੁਪਈਆ ਜਾਂ ਤਾਂ ਝੂਠੇ ਦੀ ਜ਼ੁਬਾਨ 'ਤੇ ਹੁੰਦਾ ਸੀ ਜਾਂ ਸਰਕਾਰੀ ਖਜ਼ਾਨੇ 'ਚ। ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਬਾਹਰ ਚੁੱਪ ਚਾਂ ਹੈ। ਚੁੱਪ ਤੋਂ ਮੈਨੂੰ ਬਹੁਤ ਡਰ ਲੱਗਦਾ। ਵਸਦੇ ਘਰ 'ਚ ਚੁੱਪ ਚਾਂ ਹੋਵੇ ਮੇਰਾ ਦਮ ਘੁੱਟਣ ਲੱਗਦਾ। ਇਸ ਕਰਕੇ ਇਕੱਲੀ ਬੈਠੀ ਬੋਲੀ ਜਾਂਦੀ ਹਾਂ, ਵਾਹਿਗੁਰੂ ਦੀ ਮਾਲਾ ਫੇਰੀ ਜਾਂਦੀ ਹਾਂ। ਗੋਲਡੀ ਦੀ ਬਹੂ ਕਹੂਗੀ, ਬੇਬੇ ਤੇਰੀ ਲੋਲੋ ਬਾੜੇ ਨਹੀਂ ਵੜਦੀ, ਲੋਕਾਂ ਦੇ ਘਰ ਜਾ ਕੇ ਸਾਡੀਆਂ ਚੁਗਲੀਆਂ ਕਰ ਆਉਂਦੀ ਹੈ। ਭਲਾ ਮੈਂ ਕੋਈ ਪਾਗਲ ਹਾਂ ਜਿਹੜੀ ਪਾਲਾ ਚੁੱਕ ਕੇ ਲੋਕਾਂ ਨੂੰ ਢਿੱਡ ਦਿਖਾਉਂਦੀ ਫਿਰਾਂ। ਮੈਂ ਤਾਂ ਇਸੇ ਉਮਰੇ ਜਦੋਂ ਲੱਤਾਂ ਭਾਰ ਨਹੀਂ ਚੁੱਕਦੀਆਂ, ਆਹ ਕਿੰਨਾ ਕੁਝ ਆਪਣੇ ਮਨ 'ਚ ਚੱਕੀ ਫਿਰਦੀ ਹਾਂ। ਫੈਸ਼ਨਾ ਪਿੱਟੀ ਦੇ ਪੇਕਿਆਂ ਦੀਆਂ ਗੱਲਾਂ ਸੁਣ ਕੇ ਕਿਸੇ ਨੇ ਕੀ ਕਰਨੀਆਂ ਨੇ। ਉਹਨਾਂ ਔਂਤੜੀਆਂ ਦੀਆਂ ਗੱਲਾਂ ਨੂੰ ਤਾਂ ਕਾਂ ਕੁੱਤੇ ਨਹੀਂ ਖਾਂਦੇ। ਔਂਤੜੇ ਦੀ ਨੂੰ ਨਾ ਸ਼ਰਮ ਨਾ ਹਿਆ, ਨੰਗੇ ਸਿਰ ਅੱਧ ਨੰਗੜੀ ਜਿਹੀ ਮੇਮ ਬਣੀ ਵਿਹੜੇ 'ਚ ਫਿਰੀ ਜਾਊ। ਸਾਰੀ ਦਿਹਾੜੀ ਟੀਵੀ ਮੂਹਰੇ ਬੈਠੀ ਨਾਟਕ ਦੇਖੀ ਜਾਊ। ਕਦੇ ਸੀਡੀ ਲਾ ਲਊ, ਕਦੇ ਵੀਸੀਆਰ ਚਲਾ ਲਊ। ਇਹ ਟੀਵੀ ਵੀਸੀਆਰ ਬਿਮਾਰੀਆਂ ਨੇ ਨਵੇਂ ਜ਼ਮਾਨੇ ਦੀਆਂ। ਟੀਵੀ ਦੀ ਬਿਮਾਰੀ ਤਾਂ ਦੁਨੀਆ 'ਤੇ ਕੋਈ ਇਲਾਜ ਵੀ ਨਹੀਂ। ਵੀਸੀਆਰ ਨਾਗ ਦਾ ਡੰਗਿਆ ਪਾਣੀ ਵੀ ਨਹੀਂ ਮੰਗਦਾ। ਇਹ ਟੱਬਰ ਚਾਹੁੰਦਾ ਕਦੋਂ ਹੈ ਮੈਂ ਸੀੜੀ 'ਤੇ ਪੈ ਕੇ ਮੜ੍ਹੀਆਂ 'ਚ ਜਾਵਾਂ। ਮੇਰੀ ਦਰੀ ਪਾਟੀ ਹੋਈ ਸੀ। ਮੈਂ ਫੈਸ਼ਨਾ ਪਿੱਟੀ ਨੂੰ ਕਿਹਾ, ਕੁੜੇ ਨਵੀਂ ਦਰੀ ਕੱਢ ਦੇ। ਤਾਂ ਦੰਦ ਕੱਢਦੀ ਕਹਿਣ ਲੱਗੀ, ਇਸੇ ਨਾਲ ਸਾਰ ਲੈ ਮੌਮ, ਨਵੀਂ ਦਰੀ ਤੇਰੇ ਬਾਅਦ ਲਾਗੀਆਂ ਨੇ ਹੀ ਲੈ ਜਾਣੀ ਏ। ਔਂਤੜੇ ਦੀ ਭੋਰਾ ਸੁੱਖ ਨਹੀਂ ਮਨਾਉਂਦੀ। ਇਹਨਾਂ ਨੂੰ ਕੋਈ ਪੁੱਛੇ, ਬਈ ਔਂਤੜਿਓ ਮੈਂ ਤੁਹਾਡਾ ਕੀ ਖਾਂਦੀ ਹਾਂ। ਬਾਹਰ ਕੁਝ ਮੈਂ ਨਹੀਂ ਸਿੱਟਦੀ, ਲੰਡੀ ਲੁੱਚੀ ਮੈਂ ਨਹੀਂ। ਅਜੇ ਵੀ ਕੋਈ ਵਾਰ ਗੋਹਾ ਪਾਥੇ ਆਉਂਦੀ ਹਾਂ। ਬੈਠੀ ਬੈਠੀ ਭਾਂਡੇ ਮਾਂਜ ਦਿੰਦੀ ਹਾਂ, ਦਰਾਂ 'ਚੋਂ ਕੁੱਤਾ ਬਿੱਲਾ ਮੋੜ ਦਿੰਦੀ ਹਾਂ, ਰੋਟੀ ਆਪੇ ਚੱਕ ਕੇ ਖਾ ਲੈਂਦੀ ਹਾਂ। ਕੱਪੜਾ ਨਹੀਂ ਲੈ ਕੇ ਦੇਣਾ ਨਾ ਲੈ ਕੇ ਦੇਣ, ਪਰ ਐਕਣ ਧੁਰਪਰਾਰੇ ਨਾ ਕਰਨ। ਘਾਟੇ ਵਾਧੇ ਤਾਂ ਚਲੋ ਜਿਉਂਦੇ ਜੀਆਂ ਨੂੰ ਪੈਂਦੇ ਹੀ ਰਹਿੰਦੇ ਆ। ਏਕਣ ਲਹੂ ਚਿੱਟੇ ਤਾਂ ਨਹੀਂ ਹੁੰਦੇ। ਇਹਨਾਂ ਦਾਦਣਿਆਂ ਦੀ ਸਤਾਈ ਪਈ ਆ। ਇੱਕ ਦਿਨ ਮਨ ਬਹੁਤ ਹੀ ਦੁਖੀ ਹੋ ਗਿਆ। ਏਕਣ ਤਿਲ ਤਿਲ ਮਰਨ ਨਾਲੋਂ ਬੰਦਾ ਮਰਿਆ ਚੰਗਾ। ਸ਼ਹਿਰੋਂ ਜ਼ਹਿਰ ਮੋਹਰਾ ਲੈ ਆਈ, ਉਹਦੇ ਵਿੱਚੋਂ ਥੋੜ੍ਹਾ ਜਿਹਾ ਗਲਾਸ ਵਿੱਚ ਘੋਲ ਲਿਆ, ਪਰ ਪੀਣ ਦੀ ਹਿੰਮਤ ਨਾ ਪਈ, ਡੋਲ ਦਿੱਤਾ। ਉਹ ਬਚਦੀ ਪੁੜੀ ਅਜੇ ਵੀ ਮੇਰੇ ਸਿਰਹਾਣੇ ਪਈ ਹੈ। ਬਾਹਰ ਕੁੱਤੇ ਰੋਈ ਜਾਂਦੇ ਨੇ, ਮਾੜੇ ਹੁੰਦੇ ਨੇ, ਇਹਨਾਂ ਨੂੰ ਜਮਦੂਤ ਦਿਖਾਈ ਦਿੰਦੇ ਨੇ। ਹੇ ਸੱਚੇ ਪਾਤਸ਼ਾਹ ਸੁੱਖ ਰੱਖੀ। ਔਂਤੜੇ ਕਾਗਜ਼ ਖੜਕੀ ਜਾਂਦੇ ਨੇ। ਪਿਸ਼ਾਬ ਦਾ ਜ਼ੋਰ ਪਿਆ ਹੋਇਆ। ਪਾਣੀ ਕੰਨਿਓ ਜੀਭ ਤਾਲੂਏ ਲੱਗੀ ਜਾਂਦੀ ਹੈ। ਜੇ ਬਾਹਰ ਨਾ ਨਿਕਲੀ ਤਾਂ ਅੰਦਰੇ ਮਰ ਜਾਣਾ। ਫਿਰ ਪਾਣੀ ਪਾਣੀ ਕਹਿ ਕੇ ਹਾੜ ਬੋਲਿਆ ਕਰੂੰ। ਅੰਦਰ ਮਰਨ ਨਾਲੋਂ ਬਾਹਰ ਮਰੀ ਚੰਗੀ ਆ। ਹੋ ਸਕਦਾ ਕੇਸਰ ਨੇ ਫਰਿੱਜ 'ਚ ਪਈ ਸ਼ਰਾਬ ਪੀ ਲਈ ਹੋਵੇ। ਜੇ ਸ਼ਰਾਬ ਪੀ ਲਈ ਤਾਂ ਬਾਬਿਆਂ ਨੇ ਉਹਦੇ ਮਨ 'ਚ ਸਮੱਸਿਆ ਪਾ ਦੇਣੀ ਆ। ਹੌਲੀ ਹੌਲੀ ਦਰਵਾਜ਼ਾ ਖੋਲ੍ਹਿਆ, ਫਰਿੱਜ ਵੱਲ ਤੁਰ ਪਈ। ਕੇਸਰ ਵੱਲ ਦੇਖਿਆ, ਉਹ ਘੂਕ ਸੁੱਤਾ ਪਿਆ ਸੀ। ਖਾਲੀ ਬੋਤਲ ਦੇਖ ਕੇ ਮਨ ਨੂੰ ਚੈਨ ਜਿਹਾ ਆ ਗਿਆ। ਫਰਿੱਜ 'ਚੋਂ ਪਾਣੀ ਪੀਤਾ, ਢਿੱਡ ਪਾਟਣ 'ਤੇ ਆ ਗਿਆ। ਪਿਸ਼ਾਬ ਕਰਨ ਬੈਠੀ ਪਰ ਆਇਆ ਨਹੀਂ। ਫਿਰ ਹੋਰ ਪਾਣੀ ਪੀਤਾ। ਪਤਾ ਨਹੀਂ ਕਿਹੜੀ ਸ਼ਕਤੀ ਮੈਨੂੰ ਕੇਸਰ ਕੋਲ ਖਿੱਚ ਕੇ ਲੈ ਗਈ। ਸ਼ਾਇਦ ਖਾਲੀ ਬੋਤਲ ਦੇਖ ਕੇ ਮਨ 'ਚੋਂ ਡਰ ਨਿਕਲ ਗਿਆ ਸੀ। ਉਹ ਘੂਕ ਸੁੱਤਾ ਪਿਆ ਸੀ, ਪਰ ਅੱਗੇ ਵਾਂਗ ਘੁਰਾੜੇ ਨਹੀਂ ਮਾਰ ਰਿਹਾ ਸੀ। ਉਹਦਾ ਮਾਸੂਮ ਚਿਹਰਾ ਪਿਆਰਾ ਜਿਹਾ ਲੱਗਿਆ। ਪਤਾ ਨਹੀਂ ਔਂਤੜੇ 'ਚ ਸ਼ੈਤਾਨ ਕਿੱਥੋਂ ਵੜ ਗਿਆ। ਉਹਦੇ ਮੱਥੇ 'ਤੇ ਹੱਥ ਰੱਖਿਆ, ਠੰਡਾ ਯੱਖ। ਮੇਰੀਆਂ ਨਬਜ਼ਾਂ ਰੁਕਣ ਲੱਗੀਆਂ। ਪਿਸ਼ਾਬ ਦਾ ਜ਼ੋਰ ਪਿਆ। ਸਿਰ ਨੂੰ ਚੱਕਰ ਆਉਣ ਲੱਗੇ, ਜਿਵੇਂ ਬਲੱਡ ਪ੍ਰੈਸ਼ਰ ਵਧਣ ਜਾਂ ਘਟਣ 'ਤੇ ਆਉਂਦੇ ਨੇ। ਚੀਕਾਂ ਨੇ ਮੇਰੇ ਅੰਦਰ ਘਸਮਾਨ ਪਾ ਦਿੱਤਾ। ਇਹ ਮੈਂ ਤਤੜੀ ਕੀ ਕਰ ਬੈਠੀ। ਕਿਤੇ ਸਿਰਹਾਣੇ ਪਈ ਰਾਖ ਦੀ ਥਾਂ ਜ਼ਹਿਰ ਮੋਹਰਾ ਤਾਂ ਨਹੀਂ ਪਾ ਬੈਠੀ। ਜਿਹਨੂੰ ਸਾਰੀ ਦੁਨੀਆ ਨਾਲ ਲੜ ਕੇ ਇਹ ਲਿਆ ਸੀ, ਜਿਹਦੀਆਂ ਕਿਲਕਾਰੀਆਂ ਸੁਣ ਲਈ ਮੈਂ ਸਭ ਕੁਝ ਵਾਰਨ ਲਈ ਤਿਆਰ ਸੀ, ਉਸੇ ਨੂੰ ਮਾਰ ਬੈਠੀ। ਲੱਤਾਂ ਨੇ ਜਵਾਬ ਦੇ ਦਿੱਤਾ। ਉੱਥੇ ਥਾਂ ਬੈਠ ਗਈ। ਚੀਕਾਂ ਨੇ ਮੇਰੇ ਅੰਦਰ ਘਸਮਾਨ ਪਾ ਦਿੱਤਾ। ਉਹਨੇ ਪਾਸਾ ਪਰਤਿਆ। ਉਹ ਬੁੜਬੁੜਾ ਰਿਹਾ ਸੀ। ਕੰਨਾਂ 'ਤੇ ਜ਼ੋਰ ਪਾ ਕੇ ਬੁੜਬੁੜਾਹਟ ਸੁਣੀ। ਪਤਾ ਨਹੀਂ ਸ਼ਰਾਬੀ ਹੋਇਆ ਕੀ ਉਰਲ ਕਰੀ ਜਾ ਰਿਹਾ। ਮੈਨੂੰ ਲੱਗਾ ਜਿਵੇਂ ਕਹਿ ਰਿਹਾ ਹੋਵੇ, ਇਹ ਭੈਣ ਦਾ ਠੁੱਕੜ ਮੋਹਣਾ ਕੌਣ ਸੀ। ਹਾਏ ਰੱਬਾ, ਹੁਣ ਮੇਰੀ ਖੈਰ ਨਹੀਂ। ਇਹਨੂੰ ਮੁਸਲੇ ਬਾਰੇ ਵੀ ਪਤਾ ਲੱਗ ਗਿਆ। ਦਿਲ ਠੱਕ ਠੱਕ ਕਰਕੇ ਧੜਕਣ ਲੱਗਿਆ। ਕਾਹਲੀ ਕਾਹਲੀ ਕਮਰੇ ਵੱਲ ਨੂੰ ਤੁਰ ਪਈ। ਡੇਲੀ ਵਿੱਚ ਅੜਕ ਕੇ ਡਿੱਗ ਪਈ। ਠੱਕ ਠੱਕ ਧੜਕਦੇ ਦਿਲ ਵਿੱਚ ਭੈੜਾ ਜਿਹਾ ਖਿਆਲ ਆਇਆ, ਸ਼ਰਾਬ ਦੀ ਬੋਤਲ ਵਿੱਚ ਰਾਖ ਦੀ ਥਾਂ ਜ਼ਹਿਰ ਮੋਹਰਾ ਕਿਉਂ ਨਾ ਪਾਇਆ। ਵਾਹਿਗੁਰੂ ਵਾਹਿਗੁਰੂ ਸਤਿਨਾਮ। ਧੰਨਵਾਦ ਜੀ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।